ਵਾਸ਼ਨਾ ਅਤੇ ਵਿਚਾਰ ਖਤਮ ਹੋ ਜਾਂਦੇ ਹਨ ਜਾਂ ਰੁਕ ਸਕਦੇ ਹਨ। ਚਾਨਣਾ ਪਾਉਣ ਦੀ ਕਿਰਪਾਲਤਾ ਕਰੋ ਜੀ। ਜਿੰਨਾ ਚਿਰ ਵਾਸ਼ਨਾ ਹੈ ਉਹਨਾਂ ਚਿਰ ਵਿਚਾਰ ਹਨ। ਵਾਸ਼ਨਾ ਕਰਕੇ ਹੀ ਵਿਚਾਰ ਚੱਲ ਰਹੇ ਹਨ। ਸੰਸਾਰ ਦੇ ਵਿੱਚ ਸੁੱਖ ਭੋਗਣ ਦੀ ਵਾਸ਼ਨਾ, ਇਹਦੇ ਕਰਕੇ ਹੀ ਵਿਚਾਰ ਉੱਠ ਰਹੇ ਹਨ। ਵਾਸ਼ਨਾ ਇਉਂ ਹੈ ਜਿਵੇਂ ਸ਼ਾਂਤ ਝੀਲ ਹੁੰਦੀ ਹੈ ਨਾ, ਉਹਦੇ ਵਿੱਚ ਕੋਈ ਪੱਥਰ ਮਾਰ ਦੇਵੇ ਤੇ ਲਹਿਰਾਂ ਹੀ ਲਹਿਰਾਂ ਉੱਠ ਖਲੋਂਦੀਆਂ ਹਨ। ਇੱਦਾਂ ਹੀ ਤੁਹਾਡੀ ਮਨ ਰੂਪੀ ਝੀਲ ਦੇ ਵਿੱਚ ਵਾਸ਼ਨਾ ਦਾ ਪੱਥਰ ਜਦੋਂ ਵੱਜਦਾ ਹੈ ਨਾ, ਉਦੋਂ ਵਿਚਾਰ ਹੀ ਵਿਚਾਰ ਉੱਠਦੇ ਹਨ। ਤੇ ਵਾਸ਼ਨਾ ਪੈਦਾ ਹੁੰਦੀ ਹੈ ਭੋਗਣ ਦੀ, ਸੁੱਖ ਦੀ ਚਾਹਤ ਕਹਿ ਲਈਏ ਆਪਾਂ। ਇਉਂ ਸਮਝ ਲਵੋ ਕਿਸੇ ਦੀ ਇੱਛਾ ਹੈ ਵੀ ਸੁੰਦਰ ਸੋਹਣਾ ਘਰ ਹੋਵੇ ਤੇ ਵਧੀਆ ਕੋਠੀ ਦੇ ਵਿੱਚ ਮੈਂ ਰਵਾਂ, ਕਿੰਨਾ ਸੁੱਖ ਹੋਊਗਾ। ਇਸ ਵਾਸ਼ਨਾ ਦੇ ਕਰਕੇ ਫਿਰ ਅੱਗੇ ਸੋਚਣਾ ਪਵੇਗਾ ਵੀ ਇਹ ਸੁੰਦਰ ਘਰ ਬਣੇਗਾ ਕਿਵੇਂ। ਫਿਰ ਮਨ ਨੂੰ ਸੰਸਾਰ ਦੇ ਵਿੱਚ ਦੌੜਾਉਣਾ ਪੈਂਦਾ ਹੈ। ਉਹ ਵਾਸ਼ਨਾ ਪੂਰੀ ਕਰਨ ਵਾਸਤੇ ਫਿਰ ਉਹ ਵਿਚਾਰ ਕਰਨਾ ਹੈ, ਸੋਚਣਾ ਹੈ, ਕਮਾਉਣਾ ਹੈ, ਕਰਨਾ ਹੈ, ਫਿਰ ਚੱਲ ਪੈਂਦਾ ਮਨ। ਸੁੰਦਰ ਕਾਰ ਹੋਵੇ, ਸੁੰਦਰ ਇਸਤਰੀ ਹੋਵੇ ਜਾਂ ਪੁਰਸ਼ ਹੋਵੇ, ਸੰਸਾਰ ਦੀ ਚਾਹਤ ਜਦੋਂ ਪੈਦਾ ਹੁੰਦੀ ਹੈ ਨਾ, ਉਦੋਂ ਹੀ ਵਿਚਾਰ ਉੱਠਦੇ ਆ। ਅਗਰ ਸੰਸਾਰ ਦੀ ਚਾਹਤ ਹੈ ਹੀ ਨਹੀਂ, ਆਰਾਮ ਦੇ ਨਾਲ ਬੈਠੇ ਹੋਏ ਹਾਂ। ਕਈ ਵਾਰ ਇੱਥੇ ਆਉਂਦੇ ਹਨ ਨਾ ਪ੍ਰੇਮੀ ਨਾਮ ਜਪਣ ਵਾਸਤੇ ਐਤਵਾਰ ਨੂੰ, ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਹਾਂ ਵੀ ਪ੍ਰਸ਼ਾਦਾ ਤੁਸੀਂ ਛਕਿਆ ਹੋਇਆ ਹੈ, ਤ੍ਰਿਪਤੀ ਹੋਈ ਹੈ, ਤੇ ਆਰਾਮ ਦੇ ਨਾਲ ਆਪਾਂ ਬੈਠਣਾ ਹੈ ਤੇ ਸੋਚਣ ਦੀ ਤੇ ਲੋੜ ਨਹੀਂ ਹੈ। ਹੁਣ ਤੇ ਬਿਨਾਂ ਸੋਚਿਆਂ ਬੈਠੋ, ਪਰ ਮਨ ਫਿਰ ਵੀ ਚੱਲਦਾ ਹੈ। ਕਿਉਂਕਿ ਆਦਤ ਬਣ ਚੁੱਕੀ ਹੈ ਨਾ। ਇਹ ਇਵੇਂ ਹੀ ਹੈ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਖਿਡੌਣੇ ਹੁੰਦੇ ਸਨ ਨਾ, ਉਹਨਾਂ ਦੀ ਚਾਬੀ ਭਰ ਦਿੰਦੇ ਸੀ, ਤੇ ਜਿੰਨੀ ਚਾਬੀ ਭਰੀ ਹੋਣੀ ਨਾ ਓਨਾ ਟਾਈਮ ਉਹ ਖਿਡੌਣੇ ਨੇ ਚੱਲਦੇ ਰਹਿਣਾ। ਚਾਬੀ ਮੁੱਕ ਜਾਣੀ ਤਾਂ ਹੀ ਰੁਕੂਗਾ। ਇਵੇਂ ਹੀ ਤੁਹਾਡੇ ਮਨ ਨੂੰ ਚਾਬੀ ਭਰ ਦਿੱਤੀ ਹੈ ਸੰਸਾਰ ਨੇ, ਪਰਿਵਾਰ ਨੇ, ਘਰਦਿਆਂ ਨੇ, ਮਾਤਾ ਪਿਤਾ ਨੇ ਪਹਿਲਾਂ ਭਰੀ ਹੈ। ਬੱਚੇ ਸਾਰਿਆਂ ਨੂੰ ਵਧੀਆ ਨੰਬਰ ਲੈ ਕੇ ਸਕੂਲ ਦੇ ਵਿੱਚ ਪਾਸ ਹੋਣਾ, ਸਾਰਿਆਂ ਨੂੰ ਅੱਗੇ ਆਉਣਾ ਹੈ, ਪ੍ਰਥਮ ਆਉਣਾ ਚਾਹੀਦਾ ਸਾਡਾ ਬੱਚਾ ਜੋ ਹੋਇਆ। ਵਧੀਆ ਨੌਕਰੀ, ਸਾਰਿਆਂ ਨੂੰ ਵਧੀਆ, ਸਾਰਿਆਂ ਨੂੰ ਜ਼ਿਆਦਾ ਪੈਸਾ ਕਮਾਉਣਾ, ਸਾਰਿਆਂ ਨੂੰ ਵਧੀਆ ਕੋਠੀ ਬਣਾਉਣੀ। ਉਹ ਬੱਚੇ ਨੂੰ ਉਕਸਾਇਆ ਜਾਂਦਾ ਹੈ
ਤੇ ਸਾਰਾ ਸਮਾਜ ਹੀ ਉਕਸਾਰ ਰਿਹਾ ਹੈ। ਮਾਤਾ ਪਿਤਾ ਦੀ ਵੀ ਇਹੋ ਇੱਛਾ ਹੁੰਦੀ, ਵਾਰ-ਵਾਰ ਬੱਚੇ ਨੂੰ ਕਿਉਂ ਕਹਿੰਦੇ ਹਨ ਪੜ੍ਹ ਲਾ ਪੜ੍ਹ ਲਾ। ਵਾਸ਼ਨਾ ਉਹਨਾਂ ਦੀ ਹੈ ਨਾ ਸੰਸਾਰ ਦੀ, ਪੂਰੀ ਹੋ ਨਹੀਂ ਸਕੀ ਹੈ ਤੇ ਬੱਚੇ ਦੇ ਥਰੂ ਫਿਰ ਪੂਰੀ ਕਰਨੀ। ਆਪ ਨਹੀਂ ਬਣਾ ਸਕੇ ਸੋਹਣੀ ਕੋਠੀ ਤੇ ਸੋਚਦੇ ਹਨ ਵੀ ਬੱਚੇ ਨੂੰ ਪੜ੍ਹਾ ਲਿਖਾ ਕੇ ਨਾ ਵਿਦੇਸ਼ਾਂ ਦੇ ਵਿੱਚ ਭੇਜੀ ਤੇ ਫਿਰ ਆਪਣੀਆਂ ਆਕਾਂਸ਼ਾਵਾਂ ਪੂਰੀਆਂ ਹੋਣਗੀਆਂ। ਤੇ ਹਰ ਮਾਤਾ ਪਿਤਾ ਇੱਦਾਂ ਹੀ ਸੋਚਦਾ ਹੈ ਨਾ। ਤੁਹਾਨੂੰ ਬੱਚੇ ਨਾਲ ਪਿਆਰ ਥੋੜ੍ਹੀ ਹੈ। ਕਹਿੰਦੇ ਹਨ ਮਾਤਾ ਪਿਤਾ ਵੀ ਸਾਨੂੰ ਬੱਚਿਆਂ ਨਾਲ ਪਿਆਰ ਹੈ, ਨਹੀਂ, ਕਿਸੇ ਨੂੰ ਨਹੀਂ। ਆਪਣੀਆਂ ਵਾਸ਼ਨਾਵਾਂ ਦੇ ਨਾਲ ਪਿਆਰ ਹੈ ਤੁਹਾਨੂੰ। ਤੁਸੀਂ ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਨ ਵਾਸਤੇ ਸਾਰਿਆਂ ਨੂੰ ਵਰਤਦੇ ਹੋ। ਇਹਨੂੰ ਝੂਠੀ ਪ੍ਰੀਤ ਕਹਿੰਦੇ ਹਨ। ਇਸਤਰੀ ਵਾਸ਼ਨਾ ਪੂਰੀ ਕਰਦੀ ਹੈ, ਸੁੱਖ ਦਿੰਦੀ ਹੈ ਤੇ ਉਹਦੇ ਨਾਲ ਸੰਬੰਧ। ਪੁਰਸ਼ ਸੁੱਖ ਦਿੰਦਾ ਹੈ, ਵਾਸ਼ਨਾ ਪੂਰੀ ਕਰਦਾ ਹੈ ਇਸਤਰੀ ਦੀਆਂ ਕਾਮਨਾਵਾਂ ਜੋ ਚਾਹੁੰਦੀ ਹੈ। ਆ ਚਾਹੀਦਾ, ਜੇ ਚਾਹੀਦਾ, ਉਹ ਚਾਹੀਦਾ, ਉਹਦੀਆਂ ਚਾਹਤਾਂ ਪੂਰੀਆਂ ਕਰੀ ਜਾਵੇ ਤੇ ਉਹ ਖੁਸ਼। ਸੰਬੰਧ ਬਣੇ ਹੋਏ ਹਨ। ਇੱਦਾਂ ਹੀ ਤੁਸੀਂ ਬੱਚਿਆਂ ਕੋਲ ਚਾਹੁੰਦੇ ਹੋ, ਜੋ ਤੁਸੀਂ ਚਾਹੁੰਦੇ ਹੋ ਕਰਦੇ ਰਹਿਣ, ਤੁਸੀਂ ਖੁਸ਼ ਹੋ ਤੇ ਸਾਡਾ ਬੱਚਾ ਬੜਾ ਪਿਆਰਾ ਹੈ। ਆਪਣੀਆਂ ਵਾਸ਼ਨਾ ਵਾਸਤੇ ਹੀ ਲੋਕ ਦੂਸਰਿਆਂ ਦਾ ਉਪਯੋਗ ਕਰ ਰਹੇ ਹਨ। ਆਪਣੇ ਸੁੱਖ ਵਾਸਤੇ ਦੂਸਰੇ ਨੂੰ ਵਰਤਦੇ ਹਨ। ਇੱਥੇ ਪ੍ਰੇਮ ਨਹੀਂ ਹੈ ਕਿਸੇ ਦਾ ਵੀ। ਤੇ ਵਾਸ਼ਨਾ ਕਰਕੇ ਹੀ ਮਨ ਚੱਲਦਾ ਹੈ। ਅਗਰ ਸੰਸਾਰ ਦੇ ਵਿੱਚ ਕੁਛ ਚਾਹੀਦਾ ਹੈ ਨਾ ਤਾਂ ਹੀ ਚੱਲਦਾ ਹੈ। ਉਹ ਜਿਹੜੀ ਚਾਬੀ ਭਰ ਦਿੰਦੇ ਹਨ ਨਾ ਬਚਪਨ ਦੇ ਵਿੱਚ ਹੀ ਸਮਾਜ ਦੇ ਲੋਕ, ਪਰਿਵਾਰ ਦੇ ਲੋਕ, ਉਹ ਫਿਰ ਮਨ ਚੱਲ ਪੈਂਦਾ ਹੈ। ਫਿਰ ਲਗਾਤਾਰ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ, ਫਿਰ ਰੁਕਦਾ ਨਹੀਂ ਹੈ। ਹੁਣ ਜਿਹੜਾ ਲਗਾਤਾਰ 40, 50, 60 ਸਾਲ ਚੱਲਿਆ ਹੈ ਉਹ ਰੁਕੂ ਕਿਵੇਂ? ਰੋਕਣਾ ਔਖਾ ਹੈ। ਬੁਢਾਪੇ 'ਚ ਤਾਂ ਜਮਾਂ ਹੀ ਨਹੀਂ ਰੁਕਦਾ ਹੈ। ਜਿੰਨਾ ਕੋਈ ਛੋਟੀ ਉਮਰ ਦੇ ਵਿੱਚ ਲੱਗ ਜਾਂਦਾ ਹੈ ਨਾ, ਓਨਾ ਹੀ ਮਨ ਸੁਖਾਲਾ ਹੈ ਰੋਕਣਾ। ਜਿੰਨਾ ਕੋਈ ਛੇਤੀ ਲੱਗ ਜਾਂਦਾ ਹੈ ਧਿਆਨ ਦੇ ਵਿੱਚ, ਓਨਾ ਸਹਿਜ ਹੈ। ਧਰੂ ਪ੍ਰਹਿਲਾਦ ਨੂੰ ਬਹੁਤ ਹੀ ਸੁਖਾਲਾ ਹੋਇਆ ਹੋਵੇਗਾ ਕਿਉਂਕਿ ਛੋਟੀ ਉਮਰ ਸੀ। ਬੁਢਾਪੇ ਦੇ ਵਿੱਚ ਤੇ ਬਹੁਤ ਜ਼ਿਆਦਾ ਵਿਚਾਰ ਹੋ ਜਾਂਦੇ ਹਨ। ਕਿੱਥੇ ਰੁਕਦਾ? ਫਿਰ ਵਿਚਾਰ ਕਰਨ ਦੀ ਆਦਤ ਬਣ ਜਾਂਦੀ ਹੈ। ਆਦਮੀ ਨੂੰ ਪਰੇਸ਼ਾਨੀਆਂ ਦੀ ਵੀ ਆਦਤ ਹੈ। ਪਰੇਸ਼ਾਨੀਆਂ ਤੋਂ ਬਗੈਰ ਵੀ ਨਹੀਂ ਰਹਿ ਸਕਦਾ। ਜਿਵੇਂ ਆ ਪਿੱਛੇ ਕੱਲ੍ਹ ਪ੍ਰਸ਼ਨ ਲਿਖਿਆ ਹੋਇਆ ਸੀ ਨਾ ਕਿਸੇ ਨੇ, ਵੀ ਮਨ ਸ਼ਾਂਤੀ ਚਾਹੁੰਦਾ ਹੈ ਫਿਰ ਪਰੇਸ਼ਾਨ ਕਿਉਂ ਹੁੰਦਾ ਹੈ? ਨਹੀਂ, ਸ਼ਾਂਤੀ ਚਾਹੁੰਦਾ ਹੈ ਮਨ, ਪਰ ਪਰੇਸ਼ਾਨੀਆਂ ਨੂੰ ਛੱਡਦਾ ਵੀ ਨਹੀਂ ਹੈ। ਪਰੇਸ਼ਾਨੀਆਂ ਦੀ ਵੀ ਆਦਤ ਬਣ ਜਾਂਦੀ ਹੈ ਬੰਦੇ ਨੂੰ। ਘਰਾਂ ਦੇ ਵਿੱਚ ਤੁਸੀਂ ਉੱਦਾਂ ਨਹੀਂ ਰਹਿ ਰਹੇ ਹੋ। ਹੁਣ ਕੋਈ ਆਦਮੀ ਪਰੇਸ਼ਾਨ ਹੋਵੇ, ਤੁਸੀਂ ਸੋਚ ਲਓ, ਉਹ ਕਹੇ ਵੀ ਮੈਂ ਇਸ ਘਰ ਦੇ ਵਿੱਚ ਜਾਂ ਇਸ ਪਰਿਵਾਰ ਦੇ ਵਿੱਚ ਜਾਂ ਇਸ ਸੰਸਾਰ ਦੇ ਵਿੱਚ ਇਸ ਜਗ੍ਹਾ 'ਤੇ ਮੈਂ ਬੜਾ ਹੀ ਪਰੇਸ਼ਾਨ। ਅਤੇ ਉਹਨੂੰ ਕਿਹਾ ਜਾਵੇ ਵੀ ਆ ਜਾ ਤੂੰ, ਤੈਨੂੰ ਅਸੀਂ ਪਰੇਸ਼ਾਨੀ ਤੋਂ ਮੁਕਤ ਕਰ ਦਿੰਦੇ ਹਾਂ। ਤੈਨੂੰ ਰੋਟੀ ਚਾਹੀਦੀ ਹੈ ਨਾ, ਕੱਪੜਾ ਚਾਹੀਦਾ, ਮਕਾਨ, ਇਹ 3 ਚੀਜ਼ਾਂ ਦੀ ਲੋੜ ਹੁੰਦੀ ਬੰਦੇ ਦੀ, ਤਿੰਨੇ ਮਿਲ ਜਾਣਗੀਆਂ ਲਾਈਫ ਵਾਸਤੇ, ਅਤੇ ਤੂੰ ਰਮਾਨ ਦੇ ਨਾਲ, ਨਿਸ਼ਚਿੰਤਤਾ ਦੇ ਨਾਲ ਜੀਵਨ ਬਿਤਾ ਸਕਦਾ। ਪਰ ਉਹ ਆਦਮੀ ਉਹ ਪਰੇਸ਼ਾਨੀਆਂ ਛੱਡਣ ਨੂੰ ਤਿਆਰ ਹੈ। ਅਗਰ ਉਹਨੂੰ ਕਿਸੇ ਢੰਗ ਦੇ ਨਾਲ ਲਿਆਣ ਕੇ ਤੁਸੀਂ ਉਹਨੂੰ ਕਹਿ ਵੀ ਦਿਓ ਵੀ ਇਸ ਜਗ੍ਹਾ ਦੇ ਉੱਤੇ ਆਰਾਮ ਨਾਲ ਰਹਿ, ਕੋਈ ਪਰੇਸ਼ਾਨੀ ਨਹੀਂ, ਸਭ ਕੁਛ ਮਿਲੂਗਾ ਤੈਨੂੰ, ਨਿਸ਼ਚਿੰਤ, ਇਕਾਂਤ, ਸ਼ਾਂਤ, ਕਿੱਥੇ ਹੈ ਪਰੇਸ਼ਾਨੀ?
ਪਰ ਉਹਨੂੰ ਇਕਾਂਤ ਦੇ ਵਿੱਚ, ਸ਼ਾਂਤੀ ਦੇ ਵਿੱਚ ਪਰੇਸ਼ਾਨੀਆਂ ਜ਼ਿਆਦਾ ਲੱਗਦੀਆਂ। ਲੋਕ ਇਸੇ ਕਰਕੇ ਤੇ ਸ਼ਾਂਤ ਜਗ੍ਹਾ 'ਤੇ ਰਹਿਣਾ ਨਹੀਂ ਚਾਹੁੰਦੇ ਹਨ, ਕਿਉਂਕਿ ਆਦਤ ਬਣ ਚੁੱਕੀ ਹੈ ਪਰੇਸ਼ਾਨੀਆਂ ਦੇ ਵਿੱਚ ਰਹਿਣ ਦੀ। ਹੁਣ ਤੁਸੀਂ ਪਰੇਸ਼ਾਨ ਹੋ, ਅਗਰ ਘਰਾਂ ਦੇ ਵਿੱਚ ਸ਼ਾਂਤੀ ਨਹੀਂ ਹੈ, ਫਿਰ ਕੌਣ ਰੋਕਦਾ ਹੈ? ਸੰਸਾਰ ਦੇ ਵਿੱਚ ਤੁਸੀਂ ਪਰੇਸ਼ਾਨ ਹੋ ਤੇ ਕੌਣ ਰੋਕਦਾ ਹੈ? ਕੋਈ ਰੋਕ ਨਹੀਂ ਰਿਹਾ ਹੈ। ਖਿਆਲ ਵਿੱਚ ਰੱਖਣਾ, ਕੋਈ ਨਹੀਂ ਕਿਸੇ ਨੂੰ ਰੋਕ ਸਕਦਾ। ਇਹ ਬਹਾਨਾ ਹੀ ਹੈ ਵੀ ਰੋਕਦੇ ਹਨ ਪਰਿਵਾਰ ਜਾਂ ਸੰਸਾਰ। ਨਹੀਂ, ਜਿਨ੍ਹਾਂ ਨੇ ਪਰੇਸ਼ਾਨੀਆਂ ਛੱਡਣੀਆਂ ਸਨ ਨਾ, ਉਹ ਆਰਾਮ ਦੇ ਨਾਲ ਰਾਜ ਭਾਗ ਛੱਡ ਕੇ ਚਲੇ ਗਏ। ਤੁਸੀਂ ਛੱਡਣੀਆਂ ਥੋੜ੍ਹਾ ਚਾਹੁੰਦੇ ਹੋ। ਪਰੇਸ਼ਾਨੀਆਂ ਦੀ ਵੀ ਆਦਤ ਬਣ ਜਾਂਦੀ ਹੈ। ਪਰੇਸ਼ਾਨੀਆਂ ਤੋਂ ਬਗੈਰ ਤਾਂ ਇਉਂ ਲੱਗਦਾ ਜਿਵੇਂ ਖਾਲੀ ਖਾਲੀ, ਕੁਛ ਵੀ ਨਹੀਂ, ਜੀਵਨ ਵਿਅਰਥ ਜਾ ਰਿਹਾ। ਕੋਈ ਵੀ ਪਰੇਸ਼ਾਨੀ ਨਹੀਂ, ਕੋਈ ਵੀ ਪਰੇਸ਼ਾਨੀ ਨਹੀਂ, ਤੇ ਇਹਦਾ ਮਤਲਬ ਇਹੋ ਹੀ ਹੈ ਜੀਵਨ ਵਿਅਰਥ ਜਾ ਰਿਹਾ। ਤੇ ਪਰੇਸ਼ਾਨੀਆਂ ਨਾਲ ਲੱਗਦਾ ਹੈ ਵੀ ਕੁਛ ਨਾ ਕੁਛ ਪਰੇਸ਼ਾਨੀਆਂ ਹਨ ਤੇ ਉਹਨਾਂ ਦਾ ਹੱਲ ਕਰਨਾ ਹੈ, ਤੇ ਹੱਲ ਕਰਨ ਦੇ ਵਿੱਚ ਲੱਗਾ ਹੋਇਆ ਹੈ ਬੰਦਾ, ਤੇ ਲੱਗਦਾ ਵੀ ਮੈਂ ਕੁਛ ਕਰ ਰਿਹਾ ਹਾਂ। ਤੇ ਦੁੱਖਾਂ ਦੀਆਂ, ਪਰੇਸ਼ਾਨੀਆਂ ਦੀਆਂ ਆਦਤਾਂ ਬਣੀਆਂ ਹੋਈਆਂ ਹਨ। ਇਹ ਦੁੱਖ ਤੁਸੀਂ ਪੈਦਾ ਕਰ ਰਹੇ ਹੋ ਆਪਣੇ ਆਪ। ਪਰੇਸ਼ਾਨੀਆਂ ਪੈਦਾ ਕਰਦਾ ਹੈ ਬੰਦਾ, ਪਰੇਸ਼ਾਨੀਆਂ ਤੋਂ ਬਗੈਰ ਨਹੀਂ ਰਹਿੰਦਾ। ਨਵੀਂ ਨਵੀਂ ਪਰੇਸ਼ਾਨੀ ਮੁੱਲ ਲੈ ਕੇ ਆਉਂਦਾ ਹੈ। ਤੇ ਵਿਚਾਰ ਐਵੇਂ ਨਹੀਂ ਪੈਦਾ ਹੋ ਰਹੇ ਹਨ, ਇਹ ਵਾਸ਼ਨਾ ਕਰਕੇ ਪੈਦਾ ਹੋ ਰਹੇ ਹਨ। ਸੰਸਾਰ ਦੀ ਚਾਹਤ ਹੈ, ਇੱਛਾ ਹੈ ਸੁੱਖ ਭੋਗਣ ਦੀ, ਕੁਛ ਕਰਨ ਦੀ, ਕੁਛ ਉਪਲਬਧ ਕਰਨ ਦੀ ਸੰਸਾਰ ਦੇ ਵਿੱਚ। ਜਾਂ ਡਰਿਆ ਹੋਇਆ ਆਦਮੀ ਹੈ ਵੀ ਭਵਿੱਖ ਦੇ ਵਿੱਚ ਐਸਾ ਨਾ ਹੋਵੇ ਵੀ ਮੈਨੂੰ ਖਾਣ ਨੂੰ ਨਾ ਮਿਲੇ, ਮੈਨੂੰ ਰਹਿਣ ਨੂੰ ਨਾ ਮਿਲੇ, ਕਿਵੇਂ ਗੁਜ਼ਾਰਾ ਹੋਊ, ਕਿੱਦਾਂ ਪਰਿਵਾਰ ਪਲੂ। ਕਈ ਇਹੋ ਸੋਚਦੇ ਰਹਿੰਦੇ ਹਨ। ਤੇ ਸੋਚ ਵਿਚਾਰ ਤੋਂ ਮੁਕਤ ਹੋਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਤੁਸੀਂ ਵਿਚਾਰ ਤੋਂ ਮੁਕਤ ਹੋ ਸਕੋ। ਇਹ ਸਾਧਨਾ ਦਾ ਸੂਤਰ ਹੈ। ਇਹਦਾ ਭਾਵ ਇਹ ਹੈ ਵੀ ਰਜਾ ਦੇ ਵਿੱਚ ਜੋ ਕੁਛ ਵੀ ਹੈ ਨਾ, ਜੋ ਕੁਛ ਵੀ ਹੋ ਰਿਹਾ ਹੈ ਤੁਹਾਡੇ ਜੀਵਨ 'ਚ ਜਾਂ ਹੋਣਾ ਹੈ, ਉਹ ਉੱਦਾਂ ਹੀ ਹੋਣਾ ਹੈ ਜਿੱਦਾਂ ਉਹਦਾ ਨਿਯਮ ਹੈ, ਤੁਹਾਡੇ ਨਾਲ ਲਿਖਿਆ ਹੋਇਆ ਹੈ ਉਹਦਾ ਨਿਯਮ। ਜੋ ਤੁਹਾਨੂੰ ਮਿਲਣਾ ਹੈ ਉੱਦਾਂ ਹੀ ਮਿਲਣਾ ਹੈ। ਤੁਹਾਡੇ ਰਿਜ਼ਕ ਵੀ ਪਹਿਲਾਂ ਹੀ ਦਿੱਤਾ ਹੋਇਆ ਹੈ ਪ੍ਰਮਾਤਮਾ ਨੇ। ਕਹਿੰਦੇ ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰੇ। ਊੜੇ ਊੜਾਵੇ ਸਹਿ ਕੁਛ, ਪਾਛੇ ਬਚਰੇ ਤਿਨ ਕਵਣ ਖਿਲਾਵੇ, ਕਵਣ ਚਗਾਵੇ, ਮਨ ਮੇ ਸਿਮਰਨ ਕਰੇ। ਦੇਖੋ ਕਿੰਨਾ ਸਮਝਾਇਆ ਹੈ ਗੁਰੂ ਨਾਨਕ ਦੇਵ ਜੀ ਨੇ, ਪਰ ਆਪਾਂ ਸਮਝਦੇ ਥੋੜ੍ਹੀ। ਲੋਕ ਪਾਠ ਕਰਦੇ ਹਨ, ਸਮਝਦੇ ਨਹੀਂ। ਇਹ ਧਿਆਨ ਦੇ ਸਿਮਰਨ ਦੇ ਸੂਤਰ ਹਨ। ਇਹਦਾ ਭਾਵ ਇਹ ਹੈ ਵੀ ਚਿੰਤਾ ਤੁਸੀਂ ਅਗਲੀ ਛੱਡ ਦਿਓਗੇ ਬਿਲਕੁਲ, ਤੇ ਫਿਰ ਵਿਚਾਰ ਕਿੱਥੋਂ ਉੱਠਣਗੇ? ਚਿੰਤਾ ਤਾਂ ਕੀ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤੋ ਪਾਏ ਨ ਤਿਨਾ ਪੀ ਰੋਜੀ ਦੇ। ਦੇਖੋ ਉੱਥੇ ਹਟ ਨਾ ਚੱਲੇ, ਨਾ ਕੋ ਕਿਰਸ ਕਰੇ। ਜਦੋਂ ਸਾਰਿਆਂ ਨੂੰ ਉਹ ਦੇ ਹੀ ਰਿਹਾ ਹੈ, ਤੇ ਸਾਰਿਆਂ ਨੂੰ ਉਹਨੇ ਪੈਦਾ ਕੀਤਾ ਹੋਇਆ। ਤੁਸੀਂ ਸੋਚਦੇ ਹੋ ਨਾ ਤੁਹਾਡੇ ਬੱਚੇ, ਤੁਹਾਡਾ ਪਰਿਵਾਰ, ਤੁਹਾਡਾ ਸਾਰਾ ਕੁਛ ਅਸੀਂ ਨਾ ਕਰਾਂਗੇ ਤੇ ਹੋਊਗਾ ਨਹੀਂ। ਨਹੀਂ, ਜਿਹਨੇ ਪੈਦਾ ਕੀਤਾ ਹੈ ਨਾ, ਉਹ ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਤੇ ਉਹਨੇ ਦਿੰਦਾ ਰਹਿਣਾ। ਅਗਰ ਤੁਸੀਂ ਇਹਨਾਂ ਉਪਦੇਸ਼ਾਂ 'ਤੇ ਅਮਲ ਕਰੋਗੇ ਨਾ, ਤੇ ਨਿਰਵਿਚਾਰ ਹੋ ਜਾਓਗੇ, ਤੇ ਮਨ ਟਿਕ ਜਾਊਗਾ। ਇਹ ਜੋ ਵੀ ਉਪਦੇਸ਼ ਦਿੱਤਾ ਹੈ ਨਾ ਗੁਰਬਾਣੀ ਦੇ ਵਿੱਚ, ਸਾਰਾ ਮਨ ਨੂੰ ਦਿੱਤਾ ਸੀ, ਵੀ ਮਨ ਕਿਹੜੇ ਢੰਗ ਨਾਲ ਟਿਕ ਜਾਵੇ। ਜੇ ਹੁਕਮ ਦੀ ਗੱਲ ਕੀਤੀ ਹੈ, ਉਹਦਾ ਵੀ ਭਾਵ ਇਹੋ, ਸਾਰਾ ਕੁਛ ਹੁਕਮ ਅੰਦਰ ਹੋ ਰਿਹਾ ਹੈ, ਉੱਦਾਂ ਹੀ ਹੋਵੇਗਾ। ਤੁਸੀਂ ਨਿਸ਼ਚਿੰਤ ਹੋ ਜਾਓ, ਅਗਲੀ ਚਿੰਤਾ ਛੱਡ ਦਿਓ, ਤੇ ਨਿਰਵਿਚਾਰ ਹੋ ਗਏ ਨਾ ਵੀ ਸਾਰਾ ਕੁਛ ਰੱਬ ਨੇ ਦੇ ਹੀ ਰਿਹਾ ਹੈ, ਤੇ ਉਹਦੇ ਹੀ ਜੀਵ ਹਨ ਆ ਜਿੰਨੇ ਪੈਦਾ ਕੀਤੇ ਹੋਏ ਹਨ।
ਤੇ ਸਾਰਿਆਂ ਦਾ ਰਿਜ਼ਕ ਉਹਨੇ ਨਾਲ ਲਿਖਿਆ ਹੀ ਹੋਇਆ। ਪਹਿਲਾਂ ਦੇ ਤੈਂ ਰਿਜ਼ਕ ਸੰਭਾ, ਪਿੱਛੋਂ ਦੇ ਤੈਂ ਜੰਤੂ ਉਪਾ। ਤੁਸੀਂ ਪੜ੍ਹਦੇ ਵੀ ਹੋ ਪਰ ਸ਼ਰਧਾ ਥੋੜ੍ਹੀ। ਕਹਿ ਦਿੰਦੇ ਹਨ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ। ਸਿੱਖ ਕੋਈ ਵੀ ਨਹੀਂ ਲੱਗਦਾ ਹੈ, ਕਿਉਂਕਿ ਜੋ ਗੁਰੂ ਸਾਹਿਬ ਜੀ ਕਹਿੰਦੇ ਉਹ ਤਾਂ ਮੰਨਦਾ ਹੀ ਕੋਈ ਨਹੀਂ। ਕਿੱਦਾਂ ਦੌੜ ਲੱਗੀ ਆ, ਸਾਰਿਆਂ ਨੂੰ ਵੱਧ ਇਉਂ ਲੱਗਦਾ ਹੈ ਵੀ ਵਾਸ਼ਨਾ ਸਿੱਖਾਂ ਦੇ ਵਿੱਚ ਹੈ, ਕਿਉਂਕਿ ਸਿੱਖ ਹੀ ਵਿਦੇਸ਼ਾਂ ਦੇ ਵਿੱਚ ਭੱਜ ਰਹੇ ਹਨ। ਕਾਹਦੇ ਵਾਸਤੇ ਜਾ ਰਹੇ ਹਨ? ਮਾਇਆ ਕਮਾਉਣ, ਧਨ ਕਮਾਉਣ, ਪੈਸਾ ਕਮਾਉਣ। ਕਿੰਨੀ ਭਵਿੱਖ ਦੀ ਚਿੰਤਾ ਹੈ ਲੋਕਾਂ ਨੂੰ। ਜਿਹਨੂੰ ਭਵਿੱਖ ਦੀ ਚਿੰਤਾ ਹੈ ਉਹ ਗੁਰਬਾਣੀ ਨੂੰ ਸਮਝਦਾ ਥੋੜ੍ਹੀ। ਉਪਦੇਸ਼ ਨੂੰ ਕੋਈ ਵੀ ਨਹੀਂ ਸਮਝ ਰਿਹਾ ਹੈ। ਅਗਰ ਤੁਸੀਂ ਉਪਦੇਸ਼ ਨੂੰ ਸਮਝੋਗੇ ਨਾ, ਆਪਣੇ ਜੀਵਨ 'ਚ ਧਾਰਨ ਕਰੋਗੇ, ਤਾਂ ਮਨ ਆਪਣੇ ਆਪ ਹੀ ਸ਼ਾਂਤ ਹੋਣ ਲੱਗ ਜਾਂਦਾ। ਵਿਚਾਰ ਘਟਣੇ ਸ਼ੁਰੂ ਹੋ ਜਾਣਗੇ। ਪਰ ਤੁਹਾਡੀਆਂ ਵਾਸ਼ਨਾਵਾਂ ਨਹੀਂ ਇਹ ਗੱਲ ਮੰਨਦੀਆਂ ਹਨ। ਹੁਣ ਜਿਹਦੀ ਚਾਹਤ ਹੈ ਬਹੁਤ ਕੁਛ ਅੱਗੇ ਪਾਉਣ ਦੀ, ਉਹ ਕਿਵੇਂ ਇਹ ਗੱਲ ਮੰਨ ਲੂਗਾ ਵੀ ਹੁਕਮ ਅਨੁਸਾਰ ਜੋ ਕੁਛ ਹੋਣਾ ਹੈ, ਜੋ ਮਿਲਣਾ ਹੈ ਉਹ ਮਿਲ ਜੂ। ਕਹਿੰਦਾ ਹੱਥ 'ਤੇ ਹੱਥ ਰੱਖਿਆ ਕੁਛ ਮਿਲਦਾ ਥੋੜ੍ਹੀ, ਕੁਛ ਕਰਨਾ ਹੀ ਪਊ। ਅਤੇ ਜਦੋਂ ਕੁਛ ਕਰੋਗੇ ਤਾਂ ਬੇਚੈਨੀ ਮਿਲੂਗੀ। ਇਹ ਇੱਕ ਗੱਲ ਬਹੁਤ ਖਿਆਲ ਵਿੱਚ ਰੱਖਣ ਯੋਗ ਹੈ। ਸੰਸਾਰ ਦੇ ਵਿੱਚ ਕੁਛ ਉਪਲਬਧ ਕਰਨਾ ਹੋਵੇ, ਕੁਛ ਪਾਉਣਾ ਹੋਵੇ ਤਾਂ ਕੁਛ ਗਵਾਉਣਾ ਪੈਂਦਾ ਹੈ। ਸੰਸਾਰ ਵੈਸੇ ਨਹੀਂ ਮਿਲਦਾ। ਅਤੇ ਸਭ ਤੋਂ ਵੱਡੀ ਚੀਜ਼ ਆਦਮੀ ਗਵਾਉਂਦਾ ਹੈ ਸ਼ਾਂਤੀ। ਸੰਸਾਰ ਦੇ ਵਿੱਚ ਕੁਛ ਚਾਹੀਦਾ ਹੈ, ਚਾਹਤ ਤਾਂ ਤੁਸੀਂ ਪੂਰੀ ਕਰ ਲਓਗੇ ਆਪਣੀ। ਕਈ ਭੱਜਦੇ ਦੌੜਦੇ ਹਨ, ਬਹੁਤ ਨੱਠਦੇ ਹਨ, ਕਿਤੇ ਨਾ ਕਿਤੇ ਪਹੁੰਚ ਜਾਂਦੇ ਹਨ, ਕਈਆਂ ਦੇ ਸੁਪਨੇ ਪੂਰੇ ਹੁੰਦੇ ਹਨ, ਪਰ ਉਹ ਗਵਾਉਂਦੇ ਬਹੁਤ ਜ਼ਿਆਦਾ ਹਨ। ਉਹ ਆਪਣੀ ਥਿਰਤਾ ਗਵਾ ਲੈਂਦੇ ਹਨ, ਸ਼ਾਂਤੀ ਗਵਾ ਲੈਂਦੇ ਹਨ, ਅਤੇ ਅਸ਼ਾਂਤੀ ਹੀ ਅਸ਼ਾਂਤੀ ਲੈ ਲੈਂਦੇ ਹਨ। ਸੰਸਾਰ ਸਸਤਾ ਨਹੀਂ ਮਿਲਦਾ। ਸੰਸਾਰ ਦੇ ਵਿੱਚ ਕੁਛ ਵੀ ਪਾਉਣਾ ਹੋਵੇ ਬਹੁਤ ਮਹਿੰਗਾ ਹੈ, ਸਸਤਾ ਨਹੀਂ ਹੈ। ਕਿਉਂਕਿ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ, ਬੇਚੈਨੀਆਂ, ਉਹ ਅਸ਼ਾਂਤੀਆਂ ਸਾਰੀਆਂ ਲੈਣੀਆਂ ਪੈਂਦੀਆਂ। ਐਵੇਂ ਨਹੀਂ ਮਿਲਦਾ ਹੈ। ਜਿਹੜੇ ਵੱਡੇ ਵੱਡੇ ਤੁਸੀਂ ਲੋਕ ਦੇਖਦੇ ਹੋ ਨਾ, ਧਨ ਇਕੱਠਾ ਕੀਤਾ ਹੋਇਆ, ਫੈਕਟਰੀਆਂ ਬਣਾਈਆਂ ਹਨ, ਉਹਨਾਂ ਨੇ ਬੜੀ ਵੱਡੀ ਕੀਮਤ ਚੁਕਾਈ ਹੈ, ਕਿਉਂਕਿ ਸ਼ਾਂਤੀ ਗਵਾਈ ਹੈ। ਅਤੇ ਸ਼ਾਂਤੀ ਸਾਰਿਆਂ ਨੂੰ ਵੱਡਾ ਧਨ ਹੈ ਤੁਹਾਡੇ ਕੋਲ। ਉਹ ਤੁਹਾਡੇ ਅੰਦਰ ਹੈ। ਅਸ਼ਾਂਤੀ ਬਾਹਰ ਹੈ ਸੰਸਾਰ ਦੇ ਵਿੱਚ, ਸ਼ਾਂਤੀ ਤੁਹਾਡੇ ਅੰਦਰ ਹੈ। ਅਤੇ ਬਾਹਰ ਦੌੜਨਾ ਹੈ ਅਤੇ ਅਸ਼ਾਂਤੀ ਹੀ ਸ਼ਾਂਤੀ ਮਿਲੂਗੀ। ਬਾਹਰ ਦੌੜਦਾ ਹੈ ਮਨ ਵਾਸ਼ਨਾਵਾਂ, ਕਾਮਨਾ ਕਰਕੇ। ਇਹਦੇ ਨਾਲ ਹੀ ਵਿਚਾਰ ਪੈਦਾ ਹੁੰਦੇ ਹਨ। ਜੋ ਪਾਉਣਾ ਹੈ ਉਹਦੇ ਵਾਸਤੇ ਸੋਚਣਾ ਤਾਂ ਪਵੇਗਾ, ਵਿਚਾਰਨਾ ਪਵੇਗਾ। ਹੁਣ ਕੋਈ ਬਿਜ਼ਨਸ ਕਰਨਾ ਹੈ ਤੁਸੀਂ, ਤਾਂ ਕਿੰਨਾ ਸੋਚਣਾ ਪੈਂਦਾ ਦਿਨ ਰਾਤ। ਅਤੇ ਸੰਸਾਰ ਵੱਲ ਨੂੰ ਜਾਣਾ ਹੈ, ਸੰਸਾਰ 'ਚ ਪਾਉਣਾ ਹੈ, ਸੰਸਾਰ ਨੂੰ ਉਪਲਬਧ ਕਰਨਾ ਹੈ, ਅਤੇ ਮਨ ਨੂੰ ਦੌੜਾਉਣਾ ਹੈ, ਵਿਚਾਰ ਕਰਨਾ ਹੈ। ਜਿੰਨਾ ਕਰ ਸਕਦੇ ਹੋ ਓਨਾ ਕਰੋਗੇ ਤਾਂ ਸੰਸਾਰ ਵੱਲ ਨੂੰ ਜਾ ਸਕਦੇ। ਪਰ ਵਾਪਸ ਆਉਣਾ ਹੈ ਆਪਣੇ ਵੱਲ ਨੂੰ, ਫਿਰ ਵਿਚਾਰ ਕਰਨ ਦੀ ਲੋੜ ਨਹੀਂ। ਜਿਵੇਂ ਕਹਿ ਲਈਏ ਆਪਾਂ ਵੀ ਅੱਗੇ ਕਲਾਸਾਂ ਟੂ ਕਲਾਸ ਅੱਗੇ ਜਾਣਾ ਹੈ, BA MA ਤੱਕ, ਅਤੇ ਫਿਰ ਬਹੁਤ ਪੜ੍ਹਨਾ ਪਊਗਾ, ਬਹੁਤ ਪੜ੍ਹਾਈ ਕਰਨੀ ਪਊਗੀ, ਤਾਂ ਕਲਾਸ ਟੂ ਕਲਾਸ ਅੱਗੇ ਵੱਧਦਾ ਹੈ ਨਾ ਬੱਚਾ। ਹੁਣ BA MA ਵਾਲੇ ਨੂੰ ਅਗਰ ਪਹਿਲੀ ਕਲਾਸ 'ਚ ਆਉਣਾ ਹੈ, ਫਿਰ ਕੀ ਕਰਨਾ ਪਊ? ਫਿਰ ਤਾਂ ਕੁਛ ਵੀ ਕਰਨ ਦੀ ਲੋੜ ਨਹੀਂ। ਜਦੋਂ ਵਾਪਸ ਆਉਣਾ ਹੈ ਪਹਿਲੀ ਕਲਾਸ ਦੇ ਵਿੱਚ, ਫਿਰ ਤਾਂ ਕੁਛ ਵੀ ਕਰਨ ਦੀ ਲੋੜ ਨਹੀਂ। ਪਰ ਪਹਿਲੀ ਕਲਾਸ 'ਚ BA MA ਵਾਲਾ ਆਉਣਾ ਨਹੀਂ ਚਾਹੁੰਦਾ ਹੈ, ਬੈਠਣਾ ਨਹੀਂ ਚਾਹੁੰਦਾ, ਕਿਉਂਕਿ ਉਹਦੇ ਹੰਕਾਰ ਦੀ ਤ੍ਰਿਪਤੀ ਨਹੀਂ ਹੁੰਦੀ। ਹੰਕਾਰ ਦੀ ਤ੍ਰਿਪਤੀ ਨਹੀਂ ਨਾ ਹੁੰਦੀ। ਅਤੇ ਧਰਮ ਹੈ ਰਿਵਰਸ ਆਉਣਾ, ਆਪਣੇ ਵੱਲ ਨੂੰ ਆਉਣਾ। ਜਿਵੇਂ ਆਹ ਛੋਟੇ ਬੱਚੇ ਦੀ ਤਸਵੀਰ ਪਾਈ ਹੋਈ ਹੈ ਨਾ, ਛੋਟੇ ਬੱਚੇ ਵਰਗੂ ਹੋ ਜਾਣਾ,
ਸਰੀਰ ਕਰਕੇ ਨਹੀਂ, ਸਰੀਰ ਕਰਕੇ ਤੇ ਆਪਾਂ ਹੋ ਹੀ ਗਏ ਹੁਣ ਬੜੇ, ਮਨ ਕਰਕੇ। ਤੇ ਛੋਟੇ ਬੱਚੇ ਵਰਗਾ ਹੋਣਾ ਔਖਾ ਹੈ ਕੋਈ? ਉੱਥੋਂ ਤੇ ਤੁਸੀਂ ਸਾਰੇ ਆਏ ਹੋ, ਪਰ ਔਖਾ ਬਹੁਤ ਹੈ। ਸੰਸਾਰ 'ਚ ਆਦਰ ਨਹੀਂ ਮਿਲਣਾ, ਸਤਿਕਾਰ ਨਹੀਂ ਮਿਲਣਾ, ਹਉਮੈ ਦੀ ਤ੍ਰਿਪਤੀ ਨਹੀਂ ਹੋਣੀ। ਸਾਰਿਆਂ ਕਹਿਣਾ ਹਾਂ ਬੱਚਿਆਂ ਵਰਗੇ ਕੰਮ ਕਰਦਾ, ਇਹਨੂੰ ਤੇ ਅਕਲ ਹੀ ਨਹੀਂ। ਤੇ ਪਿੱਛੇ ਨੂੰ ਆਉਣਾ ਹੈ। ਤੁਸੀਂ ਬਚਪਨ ਤੋਂ ਹੀ ਕਿਹਾ ਜਾਂਦਾ ਹੈ ਅੱਗੇ ਨੂੰ ਜਾਣਾ ਸੰਸਾਰ ਵੱਲ, ਤੇ ਸੰਸਾਰ ਵੱਲ ਨੂੰ ਸਾਰਾ ਹੀ ਪ੍ਰੇਰ ਰਹੇ ਹਨ। ਧਾਰਮਿਕ ਲੋਕ ਵੀ ਇਹੋ ਹੀ ਕਹਿ ਰਹੇ ਹਨ। ਤੇ ਯਾਤਰਾ ਮਨ ਕਰਦਾ ਹੈ ਸੰਸਾਰ ਦੇ ਵਿੱਚ, ਤੇ ਜੋ ਸੰਸਾਰ ਦੇ ਵਿੱਚ ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਤੇ ਕੋਈ ਨਹੀਂ ਕਹਿੰਦਾ ਹੈ ਵਾਪਸ ਵੀ ਆਉਣਾ ਹੈ ਆਪਣੇ ਘਰ। ਜਿਸੇ ਘਰ ਤੋਂ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ, ਜਿਵੇਂ ਪਹਿਲੇ ਕਹਿੰਦੇ ਨਾ ਅਮਰੀਕਾ ਦੇ ਵਿੱਚ ਮੋਟਰ ਗੱਡੀ ਤਿਆਰ ਹੋਈ ਸੀ, ਤਾਂ ਉਹਦਾ ਰਿਵਰਸ ਗੇਅਰ ਨਹੀਂ ਸੀ, ਤਾਂ ਉਹਨੂੰ ਬੜੀ ਦੂਰੋਂ ਉੱਪਰ ਦੀ ਘੁਮਾ ਕੇ ਲਿਆਉਣਾ ਪੈਂਦਾ ਸੀ, ਬੈਕ ਗੇਅਰ ਨਹੀਂ ਹੈ। ਅਤੇ ਫਿਰ ਹੌਲੀ ਹੌਲੀ ਖਿਆਲ ਵਿੱਚ ਆਇਆ ਵੀ ਇਹਦਾ ਬੈਕ ਗੇਅਰ ਜ਼ਰੂਰੀ ਹੈ, ਨਹੀਂ ਤਾਂ ਬੜਾ ਲੰਮਾ ਚੱਕਰ ਲਾਉਣਾ ਪੈਂਦਾ ਹੈ ਕਈ ਵਾਰ। ਇੱਦਾਂ ਹੀ ਤੁਹਾਡੇ ਮਨ ਦਾ ਜਿਹੜਾ ਬੈਕ ਗੇਅਰ ਹੈ ਨਾ, ਉਹ ਲਾਉਣਾ ਤੁਸੀਂ ਭੁੱਲ ਗਏ ਹੋ। ਤੁਸੀਂ ਅੱਗੇ ਹੀ ਅੱਗੇ ਸੰਸਾਰ ਦੇ ਵਿੱਚ ਧੱਸਦੇ ਜਾਂਦੇ ਹੋ, ਧਿਆਨ ਕਰਕੇ, ਸੁਰਤ ਕਰਕੇ ਸੰਸਾਰ ਦੇ ਵਿੱਚ ਪਹੁੰਚ ਜਾਂਦੇ ਹੋ। ਤੇ ਧਰਮ ਹੈ ਵਾਪਸ ਆਪਣੇ ਘਰ ਨੂੰ ਆਉਣਾ। ਥਿਰ ਘਰ ਬੈਸੋ ਹਰ ਜਨ ਪਿਆਰੇ, ਆਪਣੇ ਘਰ ਵਾਪਸ ਆਉਣਾ ਹੈ, ਤਾਂ ਉਹਦੇ ਵਾਸਤੇ ਰਿਵਰਸ ਗੇਅਰ ਲਾਉਣਾ ਹੈ। ਵਾਪਸ ਆਉਣ ਵਾਸਤੇ ਰਿਵਰਸ ਗੇਅਰ ਵੀ ਹੋਏਗਾ ਨਾ, ਬੈਕ ਆਉਣਾ ਹੈ, ਪਿੱਛੇ ਨੂੰ ਆਉਣਾ ਹੈ। ਤੇ ਪਿੱਛੇ ਨੂੰ ਆਉਣਾ ਬਹੁਤ ਔਖਾ ਹੈ, ਕਿਉਂਕਿ ਹਉਮੈ ਦੀ ਤ੍ਰਿਪਤੀ ਨਹੀਂ ਹੁੰਦੀ। ਔਖਾ ਨਹੀਂ ਹੈ, ਖਿਆਲ ਵਿੱਚ ਰੱਖਣਾ। ਪਰ ਜਿਹਦੀ ਸੰਸਾਰ ਦੀ ਵਾਸ਼ਨਾ ਹੈ, ਸੰਸਾਰ ਦੀ ਚਾਹਤ ਹੈ, ਉਹ ਆਉਣਾ ਨਹੀਂ ਚਾਹੁੰਦਾ। ਉਹ ਕਹਿੰਦਾ ਹੈ ਵੀ ਜਿੰਨਾ ਚਿਰ ਮੈਂ ਸੰਸਾਰ ਦੇ ਵਿੱਚ ਕਾਮਯਾਬ ਨਾ ਹੋਵਾਂ, ਉਹਨਾਂ ਚਿਰ ਕਿਵੇਂ ਮੈਂ ਛੱਡਾਂ ਸੰਸਾਰ। ਤੇ ਵਿਚਾਰ ਚੱਲ ਰਹੇ ਹਨ ਤੁਹਾਡੀਆਂ ਵਾਸ਼ਨਾਵਾਂ, ਕਾਮਨਾਵਾਂ, ਚਾਹਤਾਂ ਕਰਕੇ। ਅਗਰ ਚਾਹਤ ਨਾ ਹੋਵੇ, ਕੋਈ ਵੀ ਚਾਹਤ ਨਾ ਹੋਵੇ, ਅਚਾਹ ਹੋ ਗਿਆ ਜਿਹੜਾ, ਚਾਹ ਮਿਟੀ, ਚਿੰਤਾ ਮਿਟੀ, ਮਨੁਆ ਬੇਪਰਵਾਹ। ਚਾਹ ਗਈ, ਚਿੰਤਾ ਮਿਟੀ, ਮਨੁਆ ਬੇਪਰਵਾਹ। ਜਿਸਕੋ ਕੁਛ ਨਹੀਂ चाहिए वो ही शहन जी। ਹੁਣ ਚਾਹੀਦਾ ਹੀ ਕੁਛ ਨਹੀਂ ਹੈ, ਤੇ ਫਿਰ ਵਿਚਾਰ ਵੀ ਨਹੀਂ ਉੱਠਦੇ, ਤੇ ਸਮੱਸਿਆ ਨਹੀਂ ਹੁੰਦੀ। ਵਿਚਾਰਾਂ ਦੁਆਰਾ ਹੀ ਸਮੱਸਿਆ ਹੋ ਰਹੀ ਹੈ।